ਸਾਧ ਸੰਗਤ ਜੀ, ਆਪਾਂ ਡਾਕਟਰ ਪਾਸ ਜਦੋਂ ਜਾਂਦੇ ਹਾਂ ਤੇ ਡਾਕਟਰ ਆਪਾਂ ਨੂੰ ਕੁਝ ਦਵਾਈ ਦਿੰਦਾ ਹੈ। ਦਵਾਈ ਦੇ ਨਾਲ ਡਾਕਟਰ ਦੱਸਦਾ ਹੈ ਕਿ ਆਪਾਂ ਪਰਹੇਜ਼ ਵੀ ਕਿੰਨੀਆਂ ਚੀਜ਼ਾਂ ਦਾ ਕਰਨਾ ਹੈ, ਕੀ ਖਾਣਾ ਹੈ ਤੇ ਕੀ ਨਹੀਂ ਖਾਣਾ। ਤੇ ਕਈ ਵਾਰੀ ਸਖਤ ਹਦਾਇਤ ਵੀ ਡਾਕਟਰ ਕਰਦਾ ਹੈ ਕਿ ਬਈ ਜੇ ਤੂੰ ਇਸ ਚੀਜ਼ ਦਾ ਪਰਹੇਜ਼ ਨਹੀਂ ਕੀਤਾ ਤਾਂ ਦਵਾਈ ਦਾ ਅਸਰ ਜੋ ਹੈ ਉਹ ਨਹੀਂ ਹੋਣਾ। ਇਸੇ ਤਰ੍ਹਾਂ ਅੱਜ ਦੀ ਜੋ ਵਿਚਾਰ ਹੈ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਆਪਾਂ ਨੂੰ ਜੋ ਵਕਾਰਾਂ ਦੀ ਬਿਮਾਰੀ ਹੋਈ ਹੈ, ਜੋ ਆਪਾਂ ਦੁਬਿਧਾ ਦੇ ਵਿੱਚ ਜੀਵਨ ਜੀ ਰਹੇ ਹਾਂ, ਉਸ ਦੀ ਦਵਾਈ ਵੀ ਦੇ ਰਹੇ ਹਨ ਕਿ ਕਿਸ ਤਰ੍ਹਾਂ ਉਸ ਨੂੰ ਠੀਕ ਕਰਨਾ ਹੈ। ਜੋ ਮਾਨਸਿਕ ਬਿਮਾਰੀ ਆਪਾਂ ਨੂੰ ਲੱਗੀ ਹੈ, ਨਾਲ ਕੁਝ ਪਰਹੇਜ਼ ਵੀ ਦੱਸ ਰਹੇ ਹਨ। ਗੁਰੂ ਪਾਤਸ਼ਾਹ ਜੀ ਦਾ ਸ਼ਬਦ ਜੋ ਆਪਾਂ ਵਿਚਾਰਨਾ ਹੈ, ਆਓ ਸ਼ਬਦ ਦੀ ਵਿਚਾਰ ਦੀ ਆਰੰਭਤਾ ਤੋਂ ਪਹਿਲੇ ਗੁਰੂ ਪਾਤਸ਼ਾਹ ਜੀ ਦੀ ਬਖਸ਼ੀ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਣੀ ਦੀ ਆਰੰਭਤਾ ਹੁੰਦੀ ਹੈ, ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ, ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਤੇ ਅਹਨਿਸ ਭਾਗੋ ਰਹਾਓ। ਗੁਰੂ ਪਾਤਸ਼ਾਹ ਜੀ ਕਹਿੰਦੇ, ਹੇ ਸੰਤ ਜਨੋ, ਹੇ ਸਾਧੂ ਜਨੋ, ਕਿ ਤੁਸੀਂ ਜੋ ਪਹਿਲਾ ਪਰਹੇਜ਼ ਕਰਨਾ ਹੈ ਕਿ ਆਪਦੇ ਮਨ ਤੇ ਜੋ ਆਪਾਂ ਅਹੰਕਾਰ ਵਾਲਾ ਭਾਵ ਧਾਰਨ ਕੀਤਾ ਹੋਇਆ ਹੈ ਕਿ ਮੇਰੇ ਦੁਆਰਾ ਕੁਝ ਹੋ ਰਿਹਾ ਹੈ, ਮੈਂ ਕੁਝ ਕਰ ਸਕਣਾ ਹਾਂ ਜਾਂ ਮੈਂ ਕੁਝ ਕਰਾਂਗਾ, ਜਾਂ ਆਦੇ ਆਪ ਨੂੰ ਹੋਮੇ ਦੇ ਭਾਵ ਨੂੰ ਪ੍ਰਗਟ ਕਰਨਾ, ਇਸ ਨੂੰ ਤਿਆਗ ਦਿਓ। ਤੇ ਅੱਗੇ ਕੀ ਗੁਰੂ ਪਾਤਸ਼ਾਹ ਜੀ ਕਹਿੰਦੇ ਹਨ ਕਿ ਐਸਾ ਕੋਈ ਵੀ ਕਿਤੇ ਵੀ ਤੁਸੀਂ ਹੋ ਜਿਸ ਨਾਲ ਤੁਹਾਡੇ ਕਾਮ ਵਾਸਨਾ ਦੇ ਭਾਵ ਜੋ ਵੱਧ ਰਹੇ ਹਨ, ਕ੍ਰੋਧ ਵੱਧ ਰਿਹਾ ਹੈ, ਭਾਵੇਂ ਉਹ ਚਾਰ ਜੀਆਂ ਦੇ ਵਿੱਚ ਬੈਠੇ ਹੋ, ਭਾਵੇਂ ਆਪਾਂ ਟੀਵੀ ਦੇਖਦੇ ਹੁੰਦੇ ਹਾਂ, ਭਾਵੇਂ ਆਪਾਂ ਮੋਬਾਈਲ ਜ਼ਿਆਦਾ ਅੱਜ ਕੱਲ੍ਹ ਦੇਖਦੇ ਹਾਂ, ਕਿਤੇ ਵੀ ਐਸੀ ਕੋਈ ਚੀਜ਼ ਆਪਾਂ ਦੇਖੀਏ ਜਿਸ ਨਾਲ ਆਪਣੇ ਵਿੱਚ ਕਾਮ ਵਾਸਨਾ ਦੇ ਭਾਵ ਵਿੱਚ ਵਾਧਾ ਹੋ ਰਿਹਾ ਹੈ, ਕ੍ਰੋਧ ਵੱਧ ਰਿਹਾ ਹੈ, ਗੁਰੂ ਪਾਤਸ਼ਾਹ ਜੀ ਕਹਿੰਦੇ ਐਸੀ ਜੋ ਸੰਗਤ ਹੈ ਜਿੱਥੇ ਕਾਮ ਅਤੇ ਕ੍ਰੋਧ ਦੇ ਵਿੱਚ ਵਾਧਾ ਹੁੰਦਾ ਹੈ, ਇਸ ਤੋਂ ਦੂਰ ਹੋ ਜਾਓ, ਦੂਰ ਭੱਜ ਜਾਓ। ਜਿੱਥੇ ਵੀ ਤੁਹਾਨੂੰ ਲੱਗੇ ਕਿ ਗੁਰੂ ਪਾਤਸ਼ਾਹ ਜੀ ਕਹਿੰਦੇ ਵੀ ਤੁਸੀਂ ਇਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਕਿ ਸਾਡੇ ਵਕਾਰਾਂ ਦੇ ਵਿੱਚ ਇੱਥੇ ਰਹੇ ਤਾਂ ਕੋਈ ਆਪਾਂ ਗੱਲਬਾਤ ਕਰਨੇ ਹਾਂ, ਵਾਧਾ ਹੋਈ ਜਾ ਰਿਹਾ ਹੈ, ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਉੱਥੋਂ ਦੂਰ ਹੋ ਜਾਓ, ਰਹਾਓ। ਅੱਗੇ ਗੁਰੂ ਪਾਤਸ਼ਾਹ ਜੀ ਕਹਿੰਦੇ, ਸੁਖ ਦੁੱਖ ਦੋਨੋਂ ਸਭ ਕਰ ਜਾਣਾ ਔਰ ਮਾਨ ਅਪਮਾਨਾ। ਗੁਰੂ ਪਾਤਸ਼ਾਹ ਜੀ ਕਹਿੰਦੇ ਕਿ ਅਵਸਥਾ ਆਪਦੀ ਐਸੀ ਬਣਾ ਲੈਣੀ ਹੈ ਆਪਾਂ ਨੇ ਕਿ ਭਾਵੇਂ ਸੁੱਖ ਦਾ ਭਾਵ ਹੋਵੇ, ਭਾਵੇਂ ਦੁੱਖ ਦਾ ਸਮਾਂ ਹੋਵੇ, ਇਹ ਦੋਨਾਂ ਨੂੰ ਬਰਾਬਰ ਕਰਕੇ ਜਾਣਨਾ ਹੈ। ਹੁਣ ਅਕਸਰ ਆਪਾਂ ਕਿਵੇਂ ਕਰਨੇ ਹਾਂ, ਜੇ ਕੋਈ ਦੁਨਿਆਵੀ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ, ਆਪਾਂ ਬਹੁਤ ਓਵਰ ਐਕਸਾਈਟਡ ਹੋ ਜਾਂਦੇ ਹਾਂ। ਜੇ ਕਿਤੇ ਦੁੱਖ ਆ ਜਾਵੇ ਤਾਂ ਆਪਾਂ ਦੁਖੀ ਹੋ ਜਾਂਦੇ ਹਾਂ, ਸਟ੍ਰੈਸ ਵਿੱਚ ਚਲੇ ਜਾਂਦੇ ਹਾਂ। ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਨਹੀਂ, ਇਹ ਵੀ ਤੁਸੀਂ ਪਰਹੇਜ਼ ਕਰਨਾ ਹੈ। ਅੱਗੇ ਕਹਿੰਦੇ, ਹਰਖ ਸੋਗ ਤੇ ਰਹਿ ਅਤੀਤਾ, ਤਿਨ ਜਗ ਤਤ ਪਛਾਣਾ। ਕਿ ਭਾਵੇਂ ਖੁਸ਼ੀ ਦਾ ਸਮਾਂ ਆਵੇ, ਭਾਵੇਂ ਸੋਗ ਦਾ ਸਮਾਂ ਆਵੇ, ਤੁਸੀਂ ਉਪਰਾਮ ਨਹੀਂ ਹੋਣਾ। ਨਾ ਤਾਂ ਤੁਸੀਂ ਖੁਸ਼ੀ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਐਕਸਾਈਟਡ ਹੋ ਜਾਣਾ ਹੈ, ਨਾ ਹੀ ਸੋਗ ਦੇ ਸਮੇਂ ਦੇ ਵਿੱਚ। ਤੁਸੀਂ ਕਹਿਣ ਤੋਂ ਭਾਵ ਗੁਰੂ ਪਾਤਸ਼ਾਹ ਜੀ ਕਹਿ ਰਹੇ ਹਨ ਕਿ ਹਰਖ ਤੇ ਸੋਗ ਨੂੰ ਬਰਾਬਰ ਕਰਕੇ ਜਾਣਨਾ ਹੈ। ਹਰਖ ਸੋਗ ਤੇ ਰਹੇ ਅਤੀਤਾ, ਤਿੰਨ ਜਗ ਤਤ ਪਛਾਣਾ। ਕਿ ਜੇ ਐਸੇ ਆਪਾਂ ਕਰਾਂਗੇ ਤਾਂ ਹੀ ਆਪਾਂ ਇਸ ਸੰਸਾਰ ਦਾ ਜੋ ਤੱਤ ਹੈ ਵੀ ਇਹ ਕੀ ਖੇਡ ਕੀ ਚੱਲ ਰਹੀ ਹੈ, ਇਸ ਦੀ ਪਛਾਣ ਕਰ ਸਕਾਂਗੇ। ਅਖੀਰ ਵਿੱਚ ਗੁਰੂ ਪਾਤਸ਼ਾਹ ਜੀ ਕਹਿੰਦੇ, ਅਕਸਰ ਆਪਣਾ ਮਨੁੱਖਾਂ ਦਾ ਜੋ ਇੱਕ ਹੋਰ ਕਹਿ ਲਓ ਵਕਾਰ ਹੈ ਕਿ ਜਦੋਂ ਆਪਣੀ ਉਸਤਤ ਹੁੰਦੀ ਹੈ ਤਾਂ ਆਪਾਂ ਬੜੇ ਹੀ ਖੁਸ਼ ਹੁੰਦੇ ਹਾਂ, ਜਾਂ ਜਿਹੜੇ ਆਪਣੇ ਕਰੀਬੀ ਹੁੰਦੇ ਹਨ ਆਪਾਂ ਉਹਨਾਂ ਦੀ ਉਸਤਤ ਕਰਕੇ ਜਾਂ ਸੁਣ ਕੇ ਬਹੁਤ ਖੁਸ਼ ਹੁੰਦੇ ਹਾਂ। ਤੇ ਜਦੋਂ ਆਪਣੀ ਕੋਈ ਨਿੰਦਿਆ ਹੁੰਦੀ ਹੈ, ਆਪਾਂ ਨਿੰਦਿਆ ਸੁਣ ਕੇ ਦੁਖੀ ਹੋ ਜਾਂਦੇ ਹਾਂ। ਜਾਂ ਜਿਸ ਨਾਲ ਆਪਣੀ ਕੋਈ ਬੰਦੀ ਨਹੀਂ, ਆਪਣੀ ਲੜਾਈ ਹੁੰਦੀ ਹੈ, ਉਸ ਦੀ ਕਿਤੇ ਨਿੰਦਿਆ ਚੱਲਦੀ ਹੋਵੇ ਤਾਂ ਉਸ ਦੀ ਨਿੰਦਿਆ ਆਪਾਂ ਕਰਕੇ ਜਾਂ ਸੁਣ ਕੇ ਬਹੁਤ ਖੁਸ਼ ਹੋ ਜਾਂਦੇ ਹਾਂ। ਗੁਰੂ ਪਾਤਸ਼ਾਹ ਜੀ ਕਹਿੰਦੇ ਕਿ ਇਸ ਤਰ੍ਹਾਂ ਖੇਡ ਨਹੀਂ ਜਿੱਤੀ ਜਾਣੀ। ਗੁਰੂ ਪਾਤਸ਼ਾਹ ਜੀ ਕਹਿੰਦੇ, ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਵਾਣਾ, ਜਨ ਨਾਨਕ ਇਹ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਣਾ। ਕਿ ਭਾਵੇਂ ਉਸਤਤ ਹੋ ਰਹੀ ਹੋਵੇ, ਭਾਵੇਂ ਨਿੰਦਿਆ ਹੋ ਰਹੀ ਹੋਵੇ, ਇਸ ਨਾਲ ਕੋਈ ਫਰਕ ਨਹੀਂ ਪੈਣਾ ਚਾਹੀਦਾ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਵੀ ਇਹ ਜੋ ਮੈਂ ਦੱਸ ਰਿਹਾ ਹਾਂ, ਜੋ ਕਹਿ ਲਓ ਅਹੰਕਾਰ ਦਾ ਭਾਵ, ਕਾਮ ਦਾ ਭਾਵ, ਕ੍ਰੋਧ ਦਾ ਭਾਵ, ਜਾਂ ਸੁੱਖ ਦੁੱਖ ਹਰਕ ਸੋਗ ਦੇ ਵਿੱਚ ਸਮਵਿਰਤੀ ਰਹਿਣਾ, ਤਾਂ ਉਸਤਤ ਨਿੰਦਿਆ ਨੂੰ ਤਿਆਗ ਦੇਣਾ। ਗੁਰੂ ਪਾਤਸ਼ਾਹ ਜੀ ਕਹਿੰਦੇ ਵੀ ਇਹ ਕੋਈ ਸੌਖੀ ਗੱਲ ਨਹੀਂ ਹੈ, ਪਰ ਇੱਕ ਰਸਤਾ ਗੁਰੂ ਪਾਤਸ਼ਾਹ ਜੀ ਦੱਸ ਰਹੇ ਹਨ ਕਿ ਜੇ ਗੁਰੂ ਦੀ ਗੱਲ ਮੰਨ ਕੇ ਆਪਾਂ ਗੁਰਮੁਖ ਬਣ ਜਾਈਏ ਤਾਂ ਇਹ ਖੇਡ ਜੋ ਔਖਾ ਖੇਡ ਹੈ, ਇਸ ਖੇਡ ਨੂੰ ਆਪਾਂ ਖੇਡ ਵੀ ਸਕਦੇ ਹਾਂ ਅਤੇ ਜਿੱਤ ਵੀ ਸਕਦੇ ਹਾਂ। ਆਓ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਆਪਣੇ ਤੇ ਵੀ ਗੁਰੂ ਪਾਤਸ਼ਾਹ ਜੀ ਮਿਹਰ ਕਰਨ ਤੇ ਆਪਾਂ ਵੀ ਇਹ ਖੇਡ ਜੋ ਹੈ
ਇਹ ਜਿੱਤ ਸਕੀਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਓ ਰਲ ਮਿਲ ਕੇ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।